ਵਾਹਿਗੁਰੂ ਸਾਹਿਬ ਜੀ। ਬਾਈਸ ਚੌਪਦੇ ਤਥਾ ਪੰਚਪਦੇ। ਆਸਾ ਸ੍ਰੀ ਕਬੀਰ ਜੀਓ ਕੇ ਤਿਪਦੇ ਅੱਠ, ਦੋ ਤੁਕੇ ਸਤ, ਇੱਕ ਤੁਕਾ ਇੱਕ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਬਿੰਦ ਤੇ ਜਿਨ ਪਿੰਡ ਕੀਆ, ਅਗਨ ਕੁੰਡ ਰਹਾਇਆ। 10 ਮਾਸ ਮਾਤਾ ਉਦਰ ਰਾਖਿਆ, ਬਹੁਰ ਲਾਗੀ ਮਾਇਆ। ਪ੍ਰਾਣੀ ਕਾਹੇ ਕੋ ਲੋਭ ਲਾਗੈ, ਰਤਨ ਜਨਮ ਖੋਇਆ। ਪੂਰਬ ਜਨਮ ਕਰਮ ਭੂਮ, ਬੀਜ ਨਾਹੀ ਬੋਇਆ ਰਹਾ। ਬਾਰਗ ਤੇ ਬਿਰਦ ਪਿਆ, ਹੋਣਾ ਸੋ ਹੋਇਆ। ਜਾਂ ਜਮਿਆਏ ਝੋਟ ਪਕੜੈ, ਤਵੈ ਕਾਹੇ ਰੋਇਆ। ਜੀਵਨ ਕੀ ਆਸ ਕਰਹਿ, ਜਮ ਨਿਹਾਰੇ ਸਾਸਾ। ਬਾਜੀਗਰੀ ਸੰਸਾਰ ਕਬੀਰਾ, ਚੇਤ ਠਾਲ ਪਾਸਾ। ਜੀਵਨ ਕੀ ਆਸ ਕਰੈ, ਜਮ ਨਿਹਾਰੇ ਸਾਸਾ। ਬਾਜੀਗਰੀ ਸੰਸਾਰ ਕਬੀਰਾ, ਚੇਤ ਠਾਲ ਪਾਸਾ। ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ, ਸਰਵ ਕਲਾ ਭਰਪੂਰ ਸਮਰੱਥ ਗੁਰੂ। ਲੋਕ ਪਰਲੋਕ ਦੇ ਰੱਖਿਅਕ, ਭਗਤ ਵਸ਼ਲ ਗਿਆਨ ਦੇ ਸਾਗਰ, ਗੁਰੂਆਂ ਦੇ ਗੁਰੂ ਸ਼ਬਦ ਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਹਜ਼ੂਰੀ ਦੇ ਵਿੱਚ ਗੁਰੂ ਸ਼ਬਦ ਦੇ ਨਾਲ ਜੁੜ ਬੈਠੀ ਸਾਧ ਸੰਗਤ। ਧੰਨਤਾ ਦੇ ਯੋਗ ਬੜ ਭਾਗੇ ਹੋ। ਗੁਰੂ ਸਾਹਿਬ ਨੇ ਮਿਹਰ ਕੀਤੀ ਹੈ, ਦਇਆ ਕੀਤੀ ਹੈ, ਜੀਵਨ ਸਵਾਸ ਦਿੱਤੇ ਹਨ, ਤੰਦਰੁਸਤੀਆਂ ਬਖਸ਼ੀਆਂ ਹਨ। ਉਹ ਇਸ ਕਲਯੁੱਗ ਦੇ ਵਿੱਚ ਵਗਦੀਆਂ ਹੋਈਆਂ ਤੱਤੀਆਂ ਹਵਾਵਾਂ ਦੇ ਵਿੱਚ ਸਾਨੂੰ ਕਲ ਤਾਤੀ ਠਾਂਡਾ ਹਰ ਨਾਮ ਜਿਹੜਾ ਹੈ ਉਹ ਸਾਨੂੰ ਬਖਸ਼ਿਸ਼ ਕੀਤਾ ਹੈ, ਨਾਮ ਦਿੱਤਾ। ਗੁਰੂ ਸਾਹਿਬ ਜੀ ਮਿਹਰ ਕਰਨ, ਨਾਮ ਦੀ ਬਖਸ਼ਿਸ਼ ਜਿਹੜੀ ਹੈ ਸਾਨੂੰ ਪ੍ਰਾਪਤ ਹੋ ਜਾਵੇ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਿਹੜੀ ਹੈ ਨਾਮ ਦੇ ਨਾਲ ਭਰੀ ਪਈ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਾਮ ਹੀ ਨਾਮ ਹੈ, ਨਾਮ ਹੀ ਨਾਮ ਹੈ, ਬਾਣੀ ਹੀ ਬਾਣੀ ਹੈ। ਪਰ ਉਸ ਨਾਮ ਦੀ, ਉਸ ਬਾਣੀ ਨੂੰ ਇਸ ਸੰਸਾਰ ਦੇ ਵਿੱਚ ਅਸੀਂ ਪੂਰਨ ਰੂਪ 'ਤੇ ਪ੍ਰਾਪਤ ਨਹੀਂ ਕਰ ਸਕੇ, ਪੂਰਨ ਰੂਪ 'ਤੇ ਲਾਗੂ ਨਹੀਂ ਕਰ ਸਕੇ, ਪੂਰਾ ਅਸੀਂ ਲਾਹਾ ਨਹੀਂ ਲੈ ਸਕੇ। ਕਿਉਂ ਲਾਹਾ ਇਸ ਕਰਕੇ ਨਹੀਂ ਲੈ ਸਕੇ, ਜਿਵੇਂ ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ, ਜਦੋਂ ਤੱਕ ਕਿਸੇ ਚੀਜ਼ ਦਾ ਕੋਈ ਗਾਹਕ ਨਾ ਹੋਵੇ ਜਾਂ ਕਿਸੇ ਚੀਜ਼ ਦੇ ਬਾਰੇ ਪਤਾ ਨਾ ਹੋਵੇ, ਕਦਰ ਨਾ ਹੋਵੇ, ਉਹ ਭਾਵੇਂ ਜਿੰਨੀ ਮਰਜ਼ੀ ਕੀਮਤੀ ਚੀਜ਼ ਹੋਵੇ, ਉਸ ਨੂੰ ਸੰਸਾਰ ਜਿਹੜਾ ਹੈ ਉਹ ਪ੍ਰਾਪਤ ਕਰਨ ਦੇ ਵਿੱਚ ਆਨਾਕਾਨੀ ਮਤਲਬ ਦੇਰੀ ਕਰਦਾ ਔਰ ਉਸ ਨੂੰ ਪ੍ਰਾਪਤ ਨਹੀਂ ਕਰਨਾ ਚਾਹੁੰਦਾ। ਇਸ ਸੰਸਾਰ ਦੇ ਵਿੱਚ ਜਿੰਨੇ ਵੀ ਅਸੀਂ ਜੀਵ ਹਾਂ, ਅਸੀਂ ਸਾਰੇ ਹੀ ਚਾਹੁੰਦੇ ਹਾਂ ਸਾਨੂੰ ਫਾਇਦਾ ਮਿਲ ਜਾਏ, ਸ਼ਾਰਟਕੱਟ, ਸਾਨੂੰ ਰੱਬ ਵੀ ਮਿਲ ਜਾਏ, ਸ਼ਾਰਟਕੱਟ, ਧਰਮੀ ਵੀ ਬਣ ਜਾਈਏ, ਸ਼ਾਰਟਕੱਟ, ਸਾਡੀ ਦੁਨੀਆ ਵਿੱਚ ਵਾਹ ਵੀ ਹੋ ਜਾਏ, ਸ਼ਾਰਟਕੱਟ, ਕਰਨਾ ਕੁਛ ਨਾ ਪਵੇ, ਰੋਟੀ ਵੀ ਮਿਲ ਜਾਏ, ਬੜੀ ਸ਼ਾਰਟਕੱਟ, ਕੰਮ ਕਰਨਾ ਨਾ ਪਵੇ, ਸਭ ਕੁਝ ਮਿਲ ਜਾਏ, ਸ਼ਾਰਟਕੱਟ। ਇਸ ਤਰ੍ਹਾਂ ਨਹੀਂ ਹੈ। ਰੱਬ ਵੀ ਮਿਲ ਜਾਏ, ਬੜਾ ਸ਼ਾਰਟਕੱਟ। ਇਹ ਮੁਸ਼ਕਲ ਹੈ, ਬੜਾ ਔਖਾ ਹੈ। ਦੁਨੀਆ ਦੇ ਵਿੱਚ ਜਦੋਂ ਕੋਈ ਸਫਲਤਾ ਜਿਹੜੀ ਬੜੀ ਸੌਖੀ ਨਹੀਂ ਮਿਲਦੀ, ਅਤੇ ਜਿਹੜਾ ਪਰਮਾਤਮਾ ਉਹ ਤਾਂ ਫਿਰ ਹੈ ਹੀ ਬਹੁਤ ਵੱਡੀ ਚੀਜ਼। ਉਸ ਨੂੰ ਪ੍ਰਾਪਤ ਕਰਨ ਦੇ ਲਈ ਮਨੁੱਖ ਨੂੰ ਰੱਬ ਬਣਨਾ ਪਏਗਾ। ਧਿਆਨ ਦੇਣਾ, ਰੱਬ ਤੱਕ ਪਹੁੰਚਣ ਲਈ ਜਦੋਂ ਤੱਕ ਰੱਬ ਨਹੀਂ ਬਣੇਗਾ, ਉਦੋਂ ਤੱਕ ਜੋ ਕੁਛ ਵੀ ਮਨੁੱਖ ਕਰਦਾ ਹੈ ਉਹ ਸਾਰਾ ਕੁਛ ਐਵੇਂ ਹੀ ਹੈ ਜਿਵੇਂ ਕੋਈ ਲੀਕ ਹੋਵੇ, ਕੱਚੀ ਲੀਕ ਹੋਵੇ। ਅਸੀਂ ਸਾਰੇ ਹੀ
ਨਾਮ ਬਾਣੀ ਰਾਹੀਂ ਪਰਮ ਪਿਤਾ ਪਰਮਾਤਮਾ ਨੂੰ ਪਾਉਣਾ ਚਾਹੁੰਦੇ ਹਾਂ, ਮਿਲਣਾ ਚਾਹੁੰਦੇ ਹਾਂ। ਅਤੇ ਮਿਲਣ ਦੇ ਲਈ ਅਸੀਂ ਬੜਾ ਕੁਛ ਕਰਦੇ ਹਾਂ, ਪਰ ਮਿਲਿਆ ਨਹੀਂ ਜਾਂਦਾ। ਜਿੰਨੇ ਅਸੀਂ ਰੋਜ਼ ਕਥਾ ਕੀਰਤਨ ਕਰਦੇ ਹਾਂ, ਸੁਣਦੇ ਹਾਂ, ਬਾਣੀ ਪੜ੍ਹਦੇ ਹਾਂ, ਕਿਸੇ ਨੂੰ ਪੁੱਛਿਆ ਜਾਏ ਵੀ ਤੈਨੂੰ ਪਰਮਾਤਮਾ ਮਿਲਿਆ, ਹੋ ਸਕਦਾ ਕਿਸੇ ਨੂੰ 20 ਸਾਲ ਹੋ ਗਏ ਹੋਣ, 30 ਸਾਲ ਹੋ ਗਏ ਹੋਣ, ਕਿਸੇ ਨੂੰ 50 ਸਾਲ ਹੋ ਗਏ ਹੋਣ, ਉਹਦਾ ਜਵਾਬ ਜਿਹੜਾ ਬਹੁਤਾ ਤਸੱਲੀ ਵਾਲਾ ਨਹੀਂ ਹੋਏਗਾ। ਉਹ ਕਹੇਗਾ ਵੀ ਲੱਗੇ ਹੋਏ, ਵੀ ਲੱਗੇ ਹੀ ਹੋਏ ਹਾਂ, ਲੱਗੇ ਤੇ ਰਹਿਣਾ ਹੈ, ਪਰ ਉਸ ਪਰਮ ਪਿਤਾ ਪਰਮਾਤਮਾ ਨੂੰ ਵੀ ਤੇ ਅਸੀਂ ਜਾਣਨਾ, ਉਸ ਨੂੰ ਪ੍ਰਾਪਤ ਕਰਨਾ। ਕੇਵਲ ਗਾਉਣਾ ਨਹੀਂ, ਕੇਵਲ ਪੜ੍ਹਨਾ ਨਹੀਂ, ਉਸ ਨੂੰ ਪ੍ਰਾਪਤ ਵੀ ਕਰਨਾ। ਪ੍ਰਾਪਤ ਕਰਨ ਦਾ ਮਤਲਬ ਇਹ ਨਹੀਂ ਵੀ ਉਹ ਸਾਹਮਣੇ ਖਲੋਤਾ ਤੇ ਉਹਨੂੰ ਮਿਲ ਕੇ ਤੇ ਘਰ ਆ ਜਾਣ। ਪ੍ਰਾਪਤ ਕਰਨ ਦਾ ਮਤਲਬ ਵੀ ਅੰਦਰੋਂ ਪ੍ਰਾਪਤੀ, ਅੰਦਰੋਂ ਜਿਹੜੀ ਹੈ ਉਹ ਵੇਦਨਾ ਤੇ ਅੰਦਰੋਂ ਜਿਹੜੀਆਂ ਭਾਵਨਾਵਾਂ ਉਹਦੇ ਰਾਹੀਂ ਪ੍ਰਾਪਤ ਕਰਨ। ਸੋ ਗੁਰੂ ਸਾਹਿਬ ਜੀ ਮਿਹਰ ਕਰਨ, ਸਾਨੂੰ ਸਮਝ ਆ ਜਾਏ, ਸਾਨੂੰ ਵਿਵੇਕ ਮਿਲ ਜਾਏ, ਤਾਂ ਜੋ ਅਸੀਂ ਪਰਮਾਤਮਾ ਰੱਬ ਤੱਕ ਜਾਈਏ ਜਾਂ ਉੱਥੇ ਤੱਕ ਪਹੁੰਚਣ ਦਾ ਯਤਨ ਕਰੀਏ ਗੁਰਬਾਣੀ ਰਾਹੀਂ। ਆਓ ਲੜੀਵਾਰ ਸ਼ਬਦ ਦੀ ਵਿਚਾਰ ਆਰੰਭ ਕਰਦੇ ਹਾਂ। ਧੰਨ ਧੰਨ ਭਗਤ ਕਬੀਰ ਜੀ ਮਹਾਰਾਜ ਜਿਨ੍ਹਾਂ ਦੀ ਬਾਣੀ ਚੱਲ ਰਹੀ ਹੈ 22 ਚੌਪਦੇ ਤਥਾ ਪੰਜ ਪਦੇ। ਆਸਾ ਸ੍ਰੀ ਕਬੀਰ ਜੀਓ ਕੇ ਤਿਪਦੇ 8 2 ਤੁਕੇ 7 1 ਤੁਕਾ 1। ਸੋ ਇਹ ਬਾਣੀ ਦੇ ਸਰਲੇਖ ਲਿਖੇ ਹੋਏ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਅਕਾਲ ਪੁਰਖ ਪਰਮਾਤਮਾ ਇੱਕ ਹੈ ਅਤੇ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ। ਬਿੰਦ ਤੇ ਜਿਨ ਪਿੰਡ ਕੀਆ ਅਗਨ ਕੁੰਡ ਰਹਾਇਆ। 10 ਮਾਸ ਮਾਤਾ ਉਧਰ ਰਾਖਿਆ ਬੌਹਰ ਲਾਗੀ ਮਾਇਆ। ਮਹਾਰਾਜ ਜੀ ਕਹਿੰਦੇ ਇਸ ਮਨੁੱਖ ਦੀ ਪੈਦਾਇਸ਼ ਜਿਹੜੀ ਹੈ ਇੱਕ ਬੂੰਦ ਰਾਹੀਂ ਹੋਈ ਹੈ, ਪਿਤਾ ਰਾਹੀਂ ਹੋਈ ਹੈ। ਬਿੰਦ ਤੇ ਜਿਨ ਪਿੰਡ ਕੀਆ, ਇੱਕ ਬੂੰਦ ਤੋਂ ਇਸ ਦਾ ਸਰੀਰ ਜਿਹੜਾ ਹੈ ਉਹ ਸਜ ਗਿਆ ਜਾਂ ਬਣ ਗਿਆ। ਅਤੇ ਇਸ ਨੂੰ ਉਸ ਅਗਨ ਦੇ ਵਿੱਚ, ਜਠਰ ਅਗਨ ਦੇ ਵਿੱਚ ਮਹਾਰਾਜ ਜੀ ਕਹਿੰਦੇ ਉੱਥੇ ਜਿਹੜਾ ਸੀ ਇਹਦਾ ਸਰੂਪ, ਇਹਦਾ ਸਰੀਰ ਉੱਥੇ ਬਣਿਆ। ਔਰ ਉੱਥੇ ਜਠਰ ਅਗਨ ਜਿਸ ਨੂੰ ਕਿਹਾ ਜਾਂਦਾ ਹੈ, ਬੜੀ ਹੀ ਤਪਸ਼, ਬਹੁਤ ਹੀ ਉਹ ਜਿਹੜਾ ਸਮਾਂ ਔਖਿਆਈ ਵਾਲਾ ਲਿਖਿਆ ਹੋਇਆ ਗ੍ਰੰਥਾਂ ਦੇ ਵਿੱਚ। ਉਸ ਮਾਂ ਦੇ ਪੇਟ ਦੀ ਅੱਗ ਦੇ ਵਿੱਚ, ਜਠਰ ਅਗਨ ਦੇ ਵਿੱਚ ਅਗਨ ਕੁੰਡ ਰਹਾਇਆ। ਉੱਥੇ ਪ੍ਰਮਾਤਮਾ ਨੇ ਤਪਸ਼ ਤੋਂ ਸਾਨੂੰ ਬਚਾਈ ਰੱਖਿਆ। ਜਦੋਂ ਬਾਹਰ ਟੈਂਪਰੇਚਰ ਜ਼ਿਆਦਾ ਹੁੰਦਾ, 40 ਜਾਂ 50 'ਤੇ ਪਹੁੰਚ ਜਾਂਦਾ, 40 ਜਾਂ 50 'ਤੇ ਪਹੁੰਚ ਜਾਂਦਾ, ਸਾਨੂੰ ਕਿੰਨੀ ਗਰਮੀ ਲੱਗਦੀ ਹੈ, ਕਾਹਲੀ ਪੈਂਦੀ ਹੈ। ਅਤੇ ਜਿਹੜਾ ਸਾਡਾ ਪੇਟ ਹੈ ਜਾਂ ਪੇਟ ਦੇ ਅੰਦਰ ਜਿਹੜਾ ਟੈਂਪਰੇਚਰ ਹੈ ਬਹੁਤ ਹੈ। ਜਦੋਂ ਸਾਨੂੰ ਵੀ ਕਈ ਵਾਰ ਬੁਖਾਰ ਹੋ ਜਾਂਦਾ 102 101, ਅਤੇ ਉਹ ਤੋਂ ਹਿਸਾਬ ਲਾਓ ਵੀ ਉਹ ਅੰਦਰ ਅਗਨ ਕਿੰਨੀ ਤੇਜ਼ ਹੋਏਗੀ, ਅੰਦਰ ਅਗਨ ਕਿੰਨੀ ਤੇਜ਼ ਹੋਏਗੀ। ਸਾਡਾ ਖਾਧਾ ਪੀਤਾ ਜਿਹੜਾ ਖਾਣਾ ਹੈ ਕੁਝ ਘੰਟਿਆਂ ਬਾਅਦ ਜਿਹੜਾ ਹੈ ਉਹ ਪਚ ਜਾਂਦਾ ਹੈ ਔਰ ਬਿਲਕੁਲ ਉਹ ਮਿੱਟੀ ਬਣ ਜਾਂਦਾ, ਉਹ ਮਿੱਟੀ ਬਣ ਜਾਂਦਾ। ਇਹਦਾ ਮਤਲਬ ਜੀ ਬਾਹਰਲੀ ਅਗਨੀ ਨਾਲੋਂ ਵੀ ਅੰਦਰ ਅਗਨ ਜਿਹੜੀ ਬਹੁਤ ਪ੍ਰਚੰਡ ਹੈ ਅਤੇ ਤੇਜ਼ ਹੈ। ਇੰਨੀ ਤੇਜ਼ ਅਗਨੀ ਦੇ ਵਿੱਚ ਮਹਾਰਾਜ ਗੁਰੂ ਪਾਤਸ਼ਾਹ ਜੀ ਦੀ ਬਾਣੀ, ਭਗਤ ਕਬੀਰ ਜੀ ਦੀ ਬਾਣੀ ਉਹ ਦੱਸਦੇ ਨੇ ਵੀ ਉਸ ਕੁੰਡ ਦੇ ਵਿੱਚ ਇਸ ਨੂੰ ਤਪਸ਼ ਤੋਂ, ਅਗਨ ਤੋਂ ਪ੍ਰਮਾਤਮਾ ਨੇ ਬਚਾ ਕੇ ਰੱਖਿਆ। 10 ਮਾਸ ਮਾਤਾ ਉਧਰ ਰਾਖਿਆ ਬੌਹਰ ਲਾਗੀ ਮਾਇਆ। ਕਹਿੰਦੇ 9-10 ਮਹੀਨੇ ਮਾਂ ਦੇ ਪੇਟ ਵਿੱਚ ਰਹਿਣ ਤੋਂ ਬਾਅਦ ਉਸਨੇ ਉੱਥੇ ਇਸ ਦੀ ਰਾਖੀ ਕੀਤੀ ਅਤੇ ਫਿਰ ਇਸ ਸੰਸਾਰ ਦੇ ਵਿੱਚ ਇਸ ਨੂੰ ਭੇਜ ਦਿੱਤਾ। ਜਦੋਂ ਇਸ ਸੰਸਾਰ ਦੇ ਵਿੱਚ ਭੇਜਿਆ, ਕਹਿੰਦੇ ਬੌਹਰ ਲਾਗੀ ਮਾਇਆ। ਇਸ ਨੂੰ ਸੰਸਾਰ ਦੇ ਵਿੱਚ ਆਉਂਦੇ ਹੋਏ ਹੀ ਮਾਇਆ ਨੇ, ਮਹਾਰਾਜ ਜੀ ਕਹਿੰਦੇ ਨੇ, ਦਬੋਚ ਲਿਆ, ਦਬਾ ਲਿਆ। ਮਾਇਆ ਇਸ ਨੂੰ ਚਿੰਬੜ ਗਈ। ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਇਸ ਦੀ ਜਿਹੜੀ ਸੁਰਤ ਸੀ ਪਰਮ ਪਿਤਾ ਪਰਮਾਤਮਾ ਨਾਲ ਲੱਗੀ ਸੀ, ਉਹ ਜਿਹੜੀ ਟੁੱਟ ਗਈ।
ਨਿਰੰਕਾਰ ਤੋਂ ਦੂਰ ਹੋ ਕੇ ਜਦੋਂ ਸੰਸਾਰ ਦੇ ਵਿੱਚ ਪਹੁੰਚਿਆ ਜਾਂ ਆਇਆ, ਤੇ ਮਹਾਰਾਜ ਜੀ ਕਹਿੰਦੇ ਇਸ ਨੂੰ ਮਾਇਆ ਜਿਹੜੀ ਹੈ ਉਹ ਬੜੇ ਹੀ ਰੂਪਾਂ ਦੇ ਵਿੱਚ ਆ ਕੇ ਇਹਦੇ ਕੋਲ ਆ ਕੇ ਇਸ ਨੂੰ ਖਿਡਾਉਣ ਲੱਗ ਪਈ, ਇਸ ਨੂੰ ਖਵਾਉਣ ਲੱਗ ਪਈ, ਇਸ ਨੂੰ ਨਚਾਉਣ ਲੱਗ ਪਈ, ਇਸ ਨੂੰ ਪਤਾ ਨਹੀਂ ਕੀ ਕੀ ਕੁਝ ਕਰਨ ਲੱਗ ਪਈ। ਇਸ ਨੂੰ ਕਈ ਤਰੀਕਿਆਂ ਦੇ ਨਾਲ ਮਾਇਆ ਜਿਹੜੀ ਹੈ ਮਹਾਰਾਜ ਕਹਿੰਦੇ ਇਸ ਨੂੰ ਆ ਕੇ ਪ੍ਰਭਾਵਿਤ ਕਰਨ ਲੱਗ ਪਈ। 10 ਮਾਸ ਮਾਤਾ ਉਧਰ ਰੱਖਿਆ, ਬਾਹਰ ਲੱਗੀ ਮਾਇਆ। ਇਸ ਨੂੰ ਮਾਇਆ ਜਿਹੜੀ ਹੈ ਕਈ ਰੂਪਾਂ ਦੇ ਵਿੱਚ ਆ ਕੇ ਚਿੰਬੜਨੀ ਸ਼ੁਰੂ ਹੋ ਗਈ। ਪ੍ਰਾਣੀ ਕਾਹੇ ਕੋ ਲੋਭ ਲਾਗੇ ਰਤਨ ਜਨਮ ਖੋਇਆ। ਸੋ ਭਗਤ ਕਬੀਰ ਜੀ ਫਰਮਾਨ ਕਰਦੇ ਨੇ ਵੀ ਤੇਰਾ ਜਿਹੜਾ ਜਨਮ ਹੈ ਬਹੁਤ ਕੀਮਤੀ ਹੈ, ਹੀਰੇ ਰਤਨਾਂ ਵਰਗਾ ਜਨਮ ਹੈ। ਇਹਦੇ ਬਾਰੇ ਤੂੰ ਪਤਾ ਕਰਨਾ ਹੈ ਤੇ ਗ੍ਰੰਥਾਂ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਰਾਹੀਂ ਤੈਨੂੰ ਪਤਾ ਲੱਗ ਸਕਦਾ ਵੀ ਤੇਰਾ ਜਨਮ ਕਿੰਨਾ ਕੁ ਕੀਮਤੀ ਹੈ। ਉੱਦਾਂ ਨਹੀਂ ਤੈਨੂੰ ਪਤਾ ਲੱਗੇਗਾ। ਬਾਹਰਲੀਆਂ ਕਿਤਾਬਾਂ ਦੇ ਵਿੱਚ ਤੈਨੂੰ ਉਸ ਤਰ੍ਹਾਂ ਲਿਖਿਆ ਨਹੀਂ ਮਿਲੇਗਾ। ਬਾਹਰਲੀ ਦੁਨੀਆ ਦੇ ਵਿੱਚ ਬਾਹਰਲੀਆਂ ਗੱਲਾਂ ਹੋਣਗੀਆਂ, ਅੰਦਰਲੀ ਦੁਨੀਆ ਦੇ ਵਿੱਚ ਅੰਦਰਲੀਆਂ ਗੱਲਾਂ ਹੋਣਗੀਆਂ। ਇਸ ਕਰਕੇ ਤੇਰਾ ਜਨਮ ਮਹਾਰਾਜ ਜੀ ਕਹਿੰਦੇ ਕਿੰਨਾ ਕੁ ਕੀਮਤੀ ਹੈ, ਹੀਰੇ ਵਰਗਾ ਹੈ। ਇਹ ਤੈਨੂੰ ਖੁਦ ਨੂੰ ਪਤਾ ਨਹੀਂ ਹੈ। ਗੁਰੂ ਨਾਨਕ ਮਹਾਰਾਜ ਜੀ ਦੀ ਬਾਣੀ ਦਾ ਸ਼ਬਦ ਵੀ ਅਸੀਂ ਪੜ੍ਹਦੇ ਹੁੰਦੇ ਹਾਂ ਵੀ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ, ਰਹਿਣ ਗਵਾਈ ਸੋਏ ਕੇ ਦਿਵਸ ਗਵਾਇਆ ਖਾਏ। ਸੋ ਇਹ ਜਨਮ ਜਿਹੜਾ ਹੈ ਬਹੁਤ ਛੇਤੀ ਜਿਹੜਾ ਹੈ ਮਨੁੱਖ ਦਾ ਕੌਡੀਆਂ ਦੇ ਭਾਅ ਜਿਹੜਾ ਹੈ ਉਹ ਬਤੀਤ ਹੋ ਰਿਹਾ, ਜਾ ਰਿਹਾ, ਖਤਮ ਹੋ ਰਿਹਾ। ਸੋ ਇਸ ਲਈ ਸਾਨੂੰ ਸਿੱਖਿਆ ਦੇ ਰਹੇ ਨੇ ਭਗਤ ਜੀ, ਕਹਿੰਦੇ ਪੂਰਬ ਜਨਮ ਕਰਮ ਭੂਮ ਬੀਜ ਨਾਹੀਂ ਬੋਇਆ। ਕਹਿੰਦੇ ਤੂੰ ਪਿਛਲੇ ਆਪਣੇ ਸਮੇਂ ਦੇ ਵਿੱਚ ਜਾਂ ਪਿਛਲੇ ਜਨਮ ਵੀ ਕਹਿ ਸਕਦੇ ਹਾਂ, ਪਿਛਲੇ ਜਨਮ ਜਾਂ ਸਮੇਂ ਦੇ ਵਿੱਚ ਤੂੰ ਕੋਈ ਵੀ ਨਾਮ ਦਾ ਬੀਜ ਨਹੀਂ ਬੋਇਆ। ਜਿਸ ਨੇ ਬੀਜ ਬੋਇਆ ਜਾਂ ਬੀਜਿਆ ਉਸ ਨੂੰ ਉਹਦਾ ਫਲ ਮਿਲ ਰਿਹਾ, ਅਵੱਸ਼ ਮਿਲੇਗਾ। ਤੇ ਜੇ ਮਹਾਰਾਜ ਜੀ ਕਹਿੰਦੇ ਤੂੰ ਪੂਰਬਲੇ ਜਨਮ ਦੇ ਵਿੱਚ ਜਾਂ ਪਿਛਲੇ ਸਮੇਂ ਦੇ ਵਿੱਚ ਵੀ ਤੂੰ ਬੀਜ ਨਹੀਂ ਬੀਜਿਆ, ਤੇ ਫਿਰ ਤੂੰ ਆਉਣ ਵਾਲੇ ਸਮੇਂ ਦੇ ਵਿੱਚ ਕੀ ਖਾਵੇਂਗਾ, ਕੀ ਵੱਢੇਂਗਾ। ਬੀਜ ਕਰਮ ਦਾ ਬੀਜਣਾ ਬਹੁਤ ਜ਼ਰੂਰੀ ਹੈ। ਜੇ ਕੋ ਅੱਜ ਦੁੱਖ ਦੇ ਵਿੱਚ ਹੈ, ਜੇ ਕੋਈ ਅੱਜ ਪਰੇਸ਼ਾਨੀ ਦੇ ਵਿੱਚ ਹੈ, ਜੇ ਅੱਜ ਕੋਈ ਗਰੀਬ ਹੈ, ਤੇ ਉਸ ਨੇ ਬਿਲਕੁਲ ਬੀਜ ਨਹੀਂ ਬੀਜਿਆ, ਖੇਤੀ ਨਹੀਂ ਕੀਤੀ, ਕਿਉਂਕਿ ਕਰਮਾਂ ਦੀ ਖੇਤੀ ਬਾਣੀ ਵਿੱਚ ਲਿਖਿਆ ਕਰਮ ਧਰਤੀ ਸਰੀਰ ਕਲਯੁਗ ਵਿੱਚ ਜਿਹਾ ਕੋ ਬੀਜੇ ਤਿਹਾ ਕੋ ਖਾਏ। ਤੇ ਭਗਤ ਜੀ ਕਹਿੰਦੇ ਤੂੰ ਬੀਜ ਨਹੀਂ ਬੋਇਆ। ਜੇ ਉਦੋਂ ਨਹੀਂ ਬੋਇਆ ਤੇ ਹੁਣ ਸੋਝੀ ਤੈਨੂੰ ਮਿਲ ਰਹੀ ਹੈ, ਹੁਣ ਬੀਜ ਦੇ। ਜੇ ਹੁਣ ਬੀਜ ਦੇਵੇਂਗਾ ਹੋ ਸਕਦਾ ਤੇਰਾ ਇਹ ਜਨਮ ਵਧੀਆ ਬਣ ਜਾਏ ਔਰ ਤੇਰਾ ਅਗਲਾ ਆਉਣ ਵਾਲਾ ਸਮਾਂ ਵੀ ਵਧੀਆ ਬਣ ਜਾਏ। ਪੂਰਬ ਜਨਮ ਕਰਮ ਭੂਮ ਬੀਜ ਨਾਹੀਂ ਬੋਇਆ। ਸੋ ਇਸ ਕਰਕੇ ਸਾਧ ਸੰਗਤ ਸਾਨੂੰ ਗੁਰਬਾਣੀ ਦੱਸਦੀ ਹੈ, ਰੋਜ਼ ਅਸੀਂ ਪੜ੍ਹਦੇ ਹਾਂ, ਬਹੁਤ ਸੋਹਣੇ ਪਿਆਰੇ ਸ਼ਬਦ ਆਉਂਦੇ ਹਨ। ਅਸੀਂ ਇਸ ਸੰਸਾਰ ਦੇ ਵਿੱਚ ਕਰਮ ਜ਼ਰੂਰ ਕਰਨੇ ਹਨ ਔਰ ਅੱਛੇ ਕਰਮ ਕਰਨੇ ਨੇ, ਚੰਗੇ ਕਰਮ ਕਰਨੇ ਹਨ, ਮਾੜੇ ਕਰਮ ਨਹੀਂ ਕਰਨੇ। ਜਿਵੇਂ ਕੱਲ੍ਹ ਵੀ ਅਸੀਂ ਪੜ੍ਹ ਲਏ ਸੀ, ਇਸ ਸੰਸਾਰ ਦੇ ਵਿੱਚ ਆਪਣੇ ਲਈ ਨਹੀਂ ਜੀਣਾ, ਦੂਸਰੇ ਲਈ ਜੀਣਾ ਹੈ। ਆਪ ਨੇ ਖਾਣਾ, ਦੂਸਰੇ ਨੂੰ ਵੀ ਖਵਾਉਣਾ ਹੈ। ਜਿਹੜਾ ਇਸ ਸੰਸਾਰ ਦੇ ਵਿੱਚ ਆ ਕੇ ਆਪ ਵੀ ਜਿਉਂਦਾ ਅਤੇ ਦੂਜਿਆਂ ਨੂੰ ਵੀ ਜਿਉਣ ਦੀ ਜਾਚ ਸਿਖਾਉਂਦਾ, ਉਹ ਹੀ ਪ੍ਰਮਾਤਮਾ ਜਾਂ ਰੱਬ ਤੱਕ ਪਹੁੰਚਦਾ। ਜੋ ਇਸ ਸੰਸਾਰ ਦੇ ਵਿੱਚ ਆ ਕੇ ਕਹੇ ਵੀ ਮੈਂ ਹੀ ਕੇਵਲ ਵਧੀਆ ਤਰੀਕੇ ਨਾਲ ਜੀਣਾ, ਜਿਹੜਾ ਇਸ ਸੰਸਾਰ ਦੇ ਵਿੱਚ ਕਹੇ ਵੀ ਮੈਂ ਹੀ ਵਧੀਆ ਤਰੀਕੇ ਨਾਲ ਖਾਣਾ ਹੈ, ਮੈਂ ਹੀ ਚੰਗੇ ਤਰੀਕੇ ਨਾਲ ਪਹਿਨਣਾ, ਮੈਂ ਹੀ ਚੰਗੀ ਕਮਾਈ ਕਰਨੀ ਹੈ, ਦੂਸਰਾ ਕਿਉਂ ਚੰਗੀ ਕਮਾਈ ਕਰੇ, ਦੂਸਰਾ ਕਿਉਂ ਚੰਗਾ ਖਾਵੇ, ਦੂਸਰਾ ਕਿਉਂ ਚੰਗਾ ਪਹਿਨੇ। ਤੇ ਜਿਹੜਾ ਇਸ ਤਰ੍ਹਾਂ ਦੀ ਸੋਚ ਰੱਖਦਾ ਹੈ ਉਹਦਾ ਇੱਕ ਦਿਨ ਪਤਨ ਹੋਣਾ ਹੀ ਹੋਣਾ, ਉਸ ਦਾ ਇੱਕ ਦਿਨ ਸਰਵਨਾਸ਼ ਹੋਣਾ ਹੀ ਹੋਣਾ। ਬੜੀ ਵਾਰੀ ਪੰਕਤੀ ਪੜ੍ਹਦੇ ਹਾਂ ਆਪਾਂ, ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੇ ਭਲਾ,
ਜਿਹੜਾ ਕਿਸੇ ਦਾ ਭਲਾ ਕਰਦਾ ਉਹ ਆਪਣੇ ਆਪ ਇੱਕਦਮ ਅੱਗੇ ਜਾਏਗਾ। ਬੰਦੇ ਨੂੰ ਕਈ ਵਾਰ ਲੱਗਦਾ ਹੈ ਵੀ ਮੈਂ ਤਾਂ ਇੰਨਾ ਕੁਛ ਕਰਦਾ, ਬੁਰਾ ਵੀ ਕਰਦਾ, ਮੇਰਾ ਤਾਂ ਕੋਈ ਬੁਰਾ ਹੋਇਆ ਹੀ ਨਹੀਂ। ਜਿਹੜਾ ਭਲਾ ਕਰਦਾ ਉਹਦਾ ਬੁਰਾ ਹੋ ਜਾਂਦਾ, ਜਿਹੜਾ ਬੁਰਾ ਕਰਦਾ ਉਹ ਸੋਚਦਾ ਵੀ ਖੈਰ ਮੇਰਾ ਤਾਂ ਕਦੀ ਬੁਰਾ ਹੋਇਆ ਹੀ ਨਹੀਂ, ਮੈਂ ਤਾਂ ਠੀਕ ਠਾਕ ਹਾਂ। ਪਰ ਉਸ ਨੂੰ ਪਤਾ ਨਹੀਂ, ਜਦੋਂ ਕੁਦਰਤ ਜਿਹੜੀ ਹੈ ਸਜ਼ਾ ਦਿੰਦੀ ਹੈ, ਸਾਰਾ ਇੱਕਦਮ 1 ਮਿੰਟ 1 ਸਕਿੰਟ ਦੇ ਵਿੱਚ ਸਭ ਕੁਛ ਖਤਮ ਕਰ ਦਿੰਦੀ ਹੈ। ਰਾਜੇ ਮਹਾਰਾਜੇ ਦੇਖੋ ਕਿੱਡੇ ਕਿੱਡੇ ਵੱਡੇ ਹੋਏ ਨੇ, ਔਰੰਗਜ਼ੇਬ ਵਰਗੇ ਕਿੱਡੇ ਕਿੱਡੇ ਵੱਡੇ ਹੋਏ ਨੇ, ਹਿਟਲਰ ਵਰਗੇ ਕਿੱਡੇ ਕਿੱਡੇ ਵੱਡੇ ਹੋਏ ਨੇ। ਉਹਨਾਂ ਨੂੰ ਲੱਗਦਾ ਸੀ ਅਸੀਂ ਜਿਹੜੀ ਹੈ ਆਪਣੀ ਸ਼ਕਤੀ ਅਤੇ ਆਪਣੀ ਤਾਕਤ ਜਿਹੜੀ ਹੈ ਉਹ ਸਦਾ ਹੀ ਇਸੇ ਤਰ੍ਹਾਂ ਹੀ ਰਹਿਣੀ ਹੈ। ਉਹਨਾਂ ਬਾਦਸ਼ਾਹਾਂ ਅਤੇ ਰਾਜਿਆਂ ਨੂੰ ਲੱਗਦਾ ਹੈ ਵੀ ਸਾਡੀ ਤਾਕਤ ਜਿਹੜੀ ਹੈ ਸ਼ਾਇਦ ਇਸੇ ਤਰ੍ਹਾਂ ਰਹਿਣੀ ਹੈ। ਬਾਬਰ ਜਾਂਦਾ ਹੈ, ਉਹਦੀ ਜਗ੍ਹਾ ਹਮਾਯੂੰ ਆ ਜਾਂਦਾ ਹੈ। ਹਮਾਯੂੰ ਜਾਂਦਾ ਹੈ, ਉਹਦੀ ਜਗ੍ਹਾ ਅਕਬਰ ਆ ਜਾਂਦਾ ਹੈ। ਉਹ ਜਾਂਦਾ ਹੈ, ਅੱਗੇ ਜਹਾਂਗੀਰ ਆ ਜਾਂਦਾ ਹੈ। ਮਤਲਬ ਕਹਿਣ ਦਾ ਵੀ ਅੱਗੇ ਤੋਂ ਅੱਗੇ ਜਿਹੜੀ ਹੈ ਉਹ ਤਾਕਤ ਜਿਹੜੀ ਹੈ ਦੂਸਰੇ ਹੱਥਾਂ ਦੇ ਵਿੱਚ ਆ ਜਾਂਦੀ ਹੈ। ਪਰ ਰਾਜਾ ਜਦੋਂ ਗੱਦੀ 'ਤੇ ਬਹਿੰਦਾ ਹੈ, ਰਾਜਾ ਜਦੋਂ ਕਿਸੇ ਪਾਵਰ ਦੇ ਵਿੱਚ ਹੁੰਦਾ, ਉਹਨੂੰ ਇੱਕ ਬਹੁਤ ਵੱਡਾ ਭੁਲੇਖਾ ਹੁੰਦਾ ਹੈ। ਜਿਵੇਂ ਇਸਲਾਮ ਨੂੰ ਵਧਾਉਣ ਵਾਸਤੇ ਔਰੰਗਜ਼ੇਬ ਨੂੰ ਇੱਦਾਂ ਲੱਗਾ ਵੀ ਮੈਂ ਖਰੇ ਸਦਾ ਹੀ ਇਸ ਗੱਦੀ 'ਤੇ ਬੈਠਾ ਰਹਿਣਾ, ਇਸ ਸੀਟ 'ਤੇ ਬੈਠਾ ਰਹਿਣਾ। ਉਹਨੂੰ ਬੜਾ ਭੁਲੇਖਾ ਪੈ ਗਿਆ। ਭਗਤ ਕਬੀਰ ਦਾ ਸ਼ਬਦ ਹੈ ਕਰਮ। ਉਸ ਨੂੰ ਬਹੁਤ ਵੱਡਾ ਭੁਲੇਖਾ ਪੈ ਗਿਆ। ਉਹਨੂੰ ਇੱਦਾਂ ਲੱਗਿਆ ਵੀ ਇਸਲਾਮ ਵਿੱਚ ਲੋਕਾਂ ਨੂੰ ਮੈਂ ਸ਼ਾਮਲ ਕਰਕੇ ਸ਼ਾਇਦ ਧਰਮ ਕਮਾ ਰਿਹਾ ਹਾਂ। ਉਸ ਨੂੰ ਇੱਦਾਂ ਲੱਗਾ। ਕਈ ਵਾਰ ਬੰਦੇ ਨੂੰ ਇੱਦਾਂ ਲੱਗਦਾ ਵੀ ਸ਼ਾਇਦ ਇਹ ਮੈਂ ਚੰਗਾ ਕਰਮ ਕਰ ਰਿਹਾ ਹਾਂ, ਸ਼ਾਇਦ ਇਹ ਧਰਮ ਹੈ, ਵੀ ਮੈਂ ਆਪਣੇ ਧਰਮ ਵਾਸਤੇ ਹੀ ਕਰ ਰਿਹਾ, ਆਪਣੇ ਮਾਲਕ ਵਾਸਤੇ ਹੀ ਕਰ ਰਿਹਾ। ਪਰ ਮਾਲਕ ਨੂੰ ਕੀ ਮਨਜ਼ੂਰ ਹੈ? ਉਹ ਤਾਂ ਮਾਲਕ ਨੂੰ ਪਤਾ ਹੈ ਵੀ ਤੂੰ ਧਰਮ ਵਾਸਤੇ ਕਰ ਰਿਹਾ ਕਿ ਆਪਣੇ ਵਾਸਤੇ ਕਰ ਰਿਹਾ। ਧਰਮ ਕਦੀ ਸਿਖਾਉਂਦਾ ਹੀ ਨਹੀਂ ਕਿਸੇ 'ਤੇ ਜ਼ੁਲਮ ਕੀਤਾ ਜਾਏ। ਧਰਮ ਸਿਖਾਉਂਦਾ ਹੀ ਨਹੀਂ ਕਿਸੇ ਦਾ ਹੱਕ ਮਾਰਿਆ ਜਾਏ। ਧਰਮ ਸਿਖਾਉਂਦਾ ਹੀ ਨਹੀਂ ਦੂਸਰੇ ਨੂੰ ਧੱਕੇ ਨਾਲ ਆਪਣੇ ਧਰਮ ਵਿੱਚ ਸ਼ਾਮਲ ਕੀਤਾ ਜਾਏ। ਪਰ ਉਸ ਕੋਲ ਤਾਕਤ ਹੈ, ਸ਼ਕਤੀ ਹੈ, ਪਰ ਉਸ ਨੂੰ ਇਹ ਨਹੀਂ ਪਤਾ ਵੀ ਸ਼ਕਤੀ ਰਹਿਣੀ ਨਹੀਂ। ਉਹ ਆਪਣੀ ਸ਼ਕਤੀ ਦੇ ਕਰਕੇ ਜ਼ਬਰ ਕਰ ਰਿਹਾ ਹੈ, ਜ਼ੁਲਮ ਕਰ ਰਿਹਾ ਹੈ। ਪਰ ਅੱਜ ਜਦੋਂ ਅਸੀਂ ਕੁਝ ਸਾਲਾਂ ਬਾਅਦ, ਜੋ ਔਰੰਗਜ਼ੇਬ ਸੀ, ਕੁਝ ਸਾਲਾਂ ਬਾਅਦ ਹੀ ਉਸ ਦੀ ਸਲਤਨਤ ਖਤਮ ਹੋ ਗਈ। ਉਸ ਦੇ ਦੇਖੋ ਉਹਦਾ ਪਿਤਾ ਵੀ ਜਿਹੜਾ ਹੈ ਉਹਦੀ ਉਦਾਹਰਨ ਹੈ। ਔਰੰਗਜ਼ੇਬ ਦਾ ਜਿਹੜਾ ਪਿਤਾ ਸੀ, ਉਸਨੇ ਉਸ ਨੂੰ ਕੈਦ ਕਰਕੇ ਉਹਨੇ ਤਹਿਖਾਨੇ ਦੇ ਵਿੱਚ ਸੁੱਟ ਦਿੱਤਾ। ਅਤੇ ਬਾਣੀ ਦੀ ਜਦੋਂ ਅਸੀਂ ਪੰਕਤੀ ਪੜ੍ਹਦੇ ਹਾਂ, ਸੁਲਤਾਨਾ ਘਾਓ ਕਰਾਇੰਦਾ, ਇੱਥੇ ਬਿਲਕੁਲ ਢੁਕਦੀ ਹੈ। ਆਪਣੇ ਸਾਹਮਣੇ ਹੀ ਔਰੰਗਜ਼ੇਬ ਆਪਣੇ ਪਿਤਾ ਨੂੰ ਤਸ਼ੱਦਦ ਕਰਦਾ ਹੈ, ਉਸ ਨੂੰ ਖਾਣ ਪੀਣ ਨੂੰ ਕੁਛ ਨਹੀਂ ਦਿੰਦਾ। ਅਤੇ ਉਸ ਨੂੰ ਪਤਾ ਲੱਗ ਗਿਆ ਵੀ ਵਾਕਈ ਵੀ ਇਸ ਸੰਸਾਰ ਦੇ ਉੱਪਰ ਜਿਹੜੇ ਇਹ ਰਾਜ ਨੇ, ਇਹ ਜਿਹੜੀ ਤਾਕਤ ਹੈ, ਜਦੋਂ ਇਸ ਦਾ ਕੋਈ ਦੁਰਉਪਯੋਗ ਕਰੇਗਾ ਅਤੇ ਉਹ ਭਾਵੇਂ ਰਾਜਾ ਹੋਵੇ, ਮਹਾਰਾਜਾ ਹੋਵੇ, ਕੋਈ ਕਿੱਡਾ ਵੱਡਾ ਕੋਈ ਮਿਨਿਸਟਰ ਕਿਉਂ ਨਾ ਹੋਵੇ, ਉਹ ਬਾਣੀ ਵਿੱਚ ਲਿਖਿਆ ਵੀ ਨਦਰੇ ਉਹ ਪੱਟੀ ਜੇਕਰ ਸੁਲਤਾਨਾ ਘਾਓ ਕਰਾਇੰਦਾ। ਇਸ ਕਰਕੇ ਬਹੁਤ ਪਿਆਰੀ ਪੰਕਤੀ ਚੱਲ ਰਹੀ ਹੈ ਵੀ ਪੂਰਵ ਜਨਮ ਕਰਮ ਭੂਮ ਬੀਜ ਨਾ ਹੀ ਬੋਇਆ। ਜੇ ਕਰਮ ਨਾ ਕੀਤਾ, ਜੇ ਕਰਮ ਗਲਤ ਹੋ ਗਿਆ, ਧਿਆਨ ਦੇਣਾ, ਮਨੁੱਖ ਖਤਮ ਕਿਵੇਂ ਹੋਵੇਗਾ, ਮਨੁੱਖ ਆਤਮਿਕ ਤੌਰ 'ਤੇ ਕਿਵੇਂ ਖਤਮ ਹੋਵੇਗਾ, ਸਰੀਰਕ ਤੌਰ 'ਤੇ ਤਾਂ ਦਿਨੋਂ ਦਿਨ ਹੋ ਰਿਹਾ ਹੈ ਨਾ, ਉਹ ਤਾਂ ਸਾਰਿਆਂ ਨੂੰ ਦਿਸ ਰਿਹਾ। ਜਿਉਂ ਜਿਉਂ ਬੰਦੇ ਦੀ ਏਜ ਵੱਧਦੀ ਹੈ, ਉਮਰ ਵੱਧਦੀ ਹੈ, ਉਹਦੇ ਪਤਾ ਲੱਗਦਾ ਵੀ ਇਹ ਅੰਦਰੋਂ ਖਤਮ, ਇਹ ਬਾਹਰੋਂ ਖਤਮ ਹੋ ਰਿਹਾ ਸਰੀਰ ਕਰਕੇ। ਪਰ ਇੱਕ ਆਤਮਿਕ ਤੌਰ 'ਤੇ ਮੌਤ ਲਿਖਿਆ ਹੈ, ਆਤਮਿਕ ਤੌਰ 'ਤੇ ਮੌਤ ਲਿਖੀ ਹੈ। ਉਹ ਮੌਤ ਜਿਹੜੀ ਹੈ ਨਾ, ਔਰੰਗਜ਼ੇਬ ਨੂੰ ਧੰਨ ਧੰਨ ਦਸ਼ਮੇਸ਼ ਪਿਤਾ ਨੇ ਜ਼ਫਰਨਾਮੇ ਦੁਆਰਾ ਦਿੱਤੀ। ਜਦੋਂ ਜ਼ਫਰਨਾਮਾ ਮਹਾਰਾਜ ਨੇ ਲਿਖਿਆ ਸੀ, ਉਹਦੇ ਵਿੱਚ ਜੋ ਲਿਖਿਆ ਸੀ ਉਹ ਇੱਕ ਇੱਕ ਅੱਖਰ ਜਿਹੜਾ ਹੈ
ਉਹਦੇ ਦਿਲ ਨੂੰ ਚੀਰਦਾ ਗਿਆ, ਕਿਉਂਕਿ ਧਰਮ ਦੇ ਵਿੱਚ ਕੱਟੜ, ਜਿਹਨੂੰ ਕਹਿੰਦੇ ਨੇ ਵੀ ਆਪਣੇ ਆਪ ਨੂੰ ਕੱਟੜ ਸਮਝਦਾ ਸੀ, ਧਰਮ ਵਿੱਚ ਬੜਾ ਵਿਸ਼ਵਾਸ ਰੱਖਦਾ ਸੀ। ਪਰ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਲੀਲ ਦੇ ਨਾਲ, ਮਹਾਰਾਜ ਨੇ ਉਹਦੇ ਨਾਲ ਤਲਵਾਰ ਦੇ ਨਾਲ ਨਹੀਂ, ਉਹਦੇ ਨਾਲ ਕੋਈ ਲੜੇ ਜਾਂ ਕੁਛ ਕਿਹਾ। ਮਹਾਰਾਜ ਜੀ ਨੇ ਜਦੋਂ ਇੱਕ ਚਿੱਠੀ ਲਿਖੀ, ਜਿਹਨੂੰ ਜ਼ਫਰਨਾਮਾ ਕਹਿੰਦੇ ਨੇ, ਕਿਉਂਕਿ ਜਿਹਦੇ ਕੋਲ ਗਿਆਨ ਹੁੰਦਾ ਉਹਦੀ ਕਲਮ ਦੇ ਵਿੱਚ ਇੰਨੀ ਤਾਕਤ ਹੈ, ਜੇ ਕਿਤੇ ਉਹ ਆਪਣੀ ਕਲਮ ਉਠਾ ਦੇਵੇ, ਜਦੋਂ ਤੱਕ ਨਹੀਂ ਉਠਾਈ ਉਦੋਂ ਤੱਕ ਤਾਂ ਕੁਝ ਵੀ ਨਹੀਂ ਹੈ। ਪਰ ਜਦੋਂ ਕਿਸੇ ਦੇ ਕੋਲ ਕੋਈ ਕਲਮ ਦੀ ਤਾਕਤ, ਜੇ ਉਸਨੇ ਕਲਮ ਚੱਕ ਲਈ ਤੇ ਵੱਡੀਆਂ ਵੱਡੀਆਂ ਤਾਕਤਾਂ ਜਿਹੜੀਆਂ ਨੇ ਉਹ ਢਹਿ ਢੇਰੀ ਹੋ ਜਾਂਦੀਆਂ ਨੇ। ਵੱਡੇ ਵੱਡੇ ਸੈਨਾਪਤੀ ਹਥਿਆਰ ਸੁੱਟ ਦਿੰਦੇ ਨੇ, ਕਲਮ ਦੇ ਵਿੱਚ ਇੰਨੀ ਤਾਕਤ ਹੈ। ਵੱਡੇ ਵੱਡੇ ਬਾਦਸ਼ਾਹ ਜਿਹੜੇ ਨੇ ਉਹ ਖੇਹ ਹੋ ਜਾਂਦੇ ਨੇ। ਤੇ ਔਰੰਗਜ਼ੇਬ ਨੂੰ ਇੱਕ ਮਹਾਰਾਜ ਜੀ ਨੇ ਜ਼ਫਰਨਾਮਾ ਜਿਹੜਾ ਲਿਖਿਆ ਸੀ ਉਹਦੇ ਰਾਹੀਂ ਹੀ ਖਤਮ ਕਰ ਦਿੱਤਾ, ਮਾਰ ਦਿੱਤਾ। ਮਹਾਰਾਜ ਜੀ ਨੇ ਉਹਦੇ ਵਿੱਚ ਜੋ ਕੁਝ ਲਿਖਿਆ ਉਹ 'ਤੇ ਇੱਕ ਲੰਬੀ ਇੱਕ ਕਥਾ ਹੈ, ਪ੍ਰਸੰਗ ਹੈ। ਉਹਨੂੰ ਲਾਹਨਤਾਂ ਇੰਨੀਆਂ ਪਾਈਆਂ, ਉਹਨੂੰ ਇੱਦਾਂ ਲੱਗਦਾ ਸੀ ਮੈਂ ਤਾਂ ਧਰਮ ਦੇ ਕਰਮ ਕਰਦਾ। ਉਹਨੂੰ ਇੱਦਾਂ ਲੱਗਦਾ ਸੀ ਮੈਂ ਤਾਂ ਆਪਣੇ ਧਰਮ ਦੇ ਲਈ ਸਭ ਕੁਝ ਕਰ ਰਿਹਾ, ਇਸਲਾਮ ਦੇ ਲਈ ਸਭ ਕੁਝ ਕੀਤਾ ਜੀ, ਅਤੇ ਮੇਰਾ ਅੱਲਾ ਖੁਸ਼ ਹੋਏਗਾ। ਉਹਨੂੰ ਇੰਨਾ ਨਹੀਂ ਪਤਾ ਤੇਰਾ ਤਾਂ ਅੱਲਾ ਤੇਰੇ ਨਾਲ ਨਾਰਾਜ਼ ਹੋ ਰਿਹਾ। ਅੱਲਾ ਖੁਸ਼ ਤਾਂ ਹੁੰਦਾ, ਵਾਹਿਗੁਰੂ ਖੁਸ਼ ਤਾਂ ਹੁੰਦਾ। ਮੈਂ ਹਮੇਸ਼ਾ ਬੇਨਤੀ ਕਰਦਾ, ਜਦੋਂ ਇਨਸਾਨ ਨੇ ਦੂਸਰੇ ਇਨਸਾਨ ਨੂੰ ਖੁਸ਼ ਕਰ ਦਿੱਤਾ, ਉਹਦਾ ਰੱਬ ਅੱਲਾ ਸਮਝੋ ਖੁਸ਼ ਹੋ ਗਿਆ। ਜਦੋਂ ਕਿਸੇ ਇਨਸਾਨ ਨੇ ਕਿਸੇ ਦੂਸਰੇ ਇਨਸਾਨ ਨੂੰ ਨਾਰਾਜ਼ ਕਰ ਦਿੱਤਾ ਕਿਸੇ ਵੀ ਤਰੀਕੇ ਨਾਲ, ਸਮਝੋ ਉਹਦਾ ਅੱਲਾ ਜਿਹੜਾ ਹੈ, ਉਹਦਾ ਰਾਮ ਰੱਬ ਜਿਹੜਾ ਹੈ, ਬਿਲਕੁਲ ਉਸ ਤੋਂ ਨਾਰਾਜ਼ ਹੋ ਗਿਆ, ਰੁੱਸ ਗਿਆ। ਭਾਵੇਂ ਉਹ ਕਿੱਡਾ ਵੱਡਾ ਪੁੰਨੀ ਕਿਉਂ ਨਾ ਹੋਵੇ, ਦਾਨੀ ਕਿਉਂ ਨਾ ਹੋਵੇ, ਬਹੁਤ ਵੱਡਾ ਆਪਣੇ ਆਪ ਨੂੰ ਭਗਤ ਕਿਉਂ ਨਾ ਸਦਾਉਂਦਾ ਹੋਵੇ, ਪਰ ਮਹਾਰਾਜ ਜੀ ਕਹਿੰਦੇ ਮਨੁੱਖ ਦੀ ਆਤਮਕ ਮੌਤ ਉਸ ਦੇ ਕਰਮ ਤੈਅ ਕਰਦੇ ਨੇ। ਦੇਖੋ ਕਈ ਵਾਰ ਅਸੀਂ ਆਤਮਕ ਤੌਰ 'ਤੇ ਬਹੁਤ ਦੁਖੀ ਹੁੰਦੇ ਹਾਂ। ਉਹ ਦੁੱਖ ਆਤਮਾ ਨੂੰ ਕਿਹੜੀ ਚੀਜ਼ ਦੇ ਰਹੀ ਹੈ? ਸਾਡੀ ਸੋਚ ਦੇ ਰਹੀ ਹੈ, ਸਾਡਾ ਸੁਭਾਅ ਦੇ ਰਿਹਾ, ਅਤੇ ਸਾਡੇ ਜਿਹੜੇ ਕੀਤੇ ਕਰਮ ਨੇ ਉਹ ਦੇ ਰਹੇ ਨੇ। ਹੋਰ ਰੱਬ ਥੋੜ੍ਹਾ ਸਾਨੂੰ ਕੋਈ ਦੁੱਖ ਦੇ ਰਿਹਾ ਹੈ, ਸਾਨੂੰ ਕਿਸੇ ਨੂੰ ਵੀ ਨਹੀਂ। ਸਾਡੀ ਸੋਚ, ਸਾਡੀ ਵਾਰ-ਵਾਰ ਨੈਗੇਟਿਵ ਸੋਚ, ਵਾਰ-ਵਾਰ ਅਸੀਂ ਕਿਸੇ ਬਾਰੇ ਗਲਤ ਸੋਚੀ ਜਾਣਾ, ਕਿਸੇ ਰਿਸ਼ਤੇਦਾਰ ਬਾਰੇ ਸੋਚੀ ਜਾਣਾ, ਕਿਸੇ ਗੁਆਂਢੀ ਬਾਰੇ ਵਾਰ-ਵਾਰ ਸੋਚੀ ਜਾਣਾ, ਕਿਸੇ ਬਾਰੇ ਵੀ ਸੋਚੀ ਜਾਣਾ। ਉਹ ਚੀਜ਼ ਸਾਨੂੰ ਆਤਮਕ ਬਲ ਨੂੰ ਖਤਮ ਕਰਕੇ, ਜਦੋਂ ਬਲ ਖਤਮ ਹੁੰਦਾ, ਬਲ ਛੁੱਟ ਕੇ ਉਹ ਬੰਧਨ ਪਰੇ, ਅਤੇ ਫਿਰ ਬੰਧਨ ਪੈ ਜਾਂਦੇ ਨੇ। ਬਲ ਛੁਟਕਣ ਦੇ ਨਾਲ ਆਤਮਕ ਮੌਤ ਸ਼ੁਰੂ ਹੋ ਜਾਂਦੀ ਹੈ। ਬੰਦੇ ਨੂੰ ਪਤਾ ਹੀ ਨਹੀਂ ਲੱਗਦਾ। ਦੇਖੋ ਉਹਦਾ ਕਰਮ ਧਰਮ ਉਹ ਵੀ ਸਾਥ ਨਹੀਂ ਦਿੰਦਾ। ਆਤਮਕ ਮੌਤ ਜਦੋਂ ਹੋਣ ਲੱਗਦੀ ਹੈ, ਉਦੋਂ ਉਹਦੇ ਕੀਤੇ ਕਰਮ ਜਪ ਤਪ ਵੀ ਉਹਨੂੰ ਉਠਾ ਹੀ ਨਹੀਂ ਪਾਉਂਦਾ। ਇੰਨੀ ਮਤਲਬ ਆਤਮਕ ਮੌਤ ਵੱਡੀ ਹੈ ਵੀ ਮਨੁੱਖ ਦੀ ਜਿਹੜੀ ਜ਼ਿੰਦਗੀ ਦੇ ਵਿੱਚ ਕੀਤੀ ਕਮਾਈ, ਭਗਤੀ, ਪੁੰਨ, ਦਾਨ, ਉਹ ਵੀ ਆਤਮਕ ਮੌਤ ਮਰੇ ਬੰਦੇ ਨੂੰ ਛੇਤੀ ਖੜਾ ਨਹੀਂ ਕਰ ਸਕਦੀ। ਇਸ ਕਰਕੇ ਮਹਾਰਾਜ ਜੀ ਕਹਿੰਦੇ ਇਸ ਸੰਸਾਰ ਦੇ ਵਿੱਚ ਐਸੇ ਕਰਮ ਕੀਤੇ ਜਾਣ ਤਾਂ ਜੋ ਆਤਮਕ ਬਲ ਅਤੇ ਆਤਮਕ ਮੌਤ ਨਾ ਹੋਵੇ। ਜਿਸ ਦੀ ਆਤਮਕ ਮੌਤ ਹੋ ਗਈ ਉਹ ਪਰਮ ਪਿਤਾ ਪਰਮਾਤਮਾ ਵਿੱਚ ਭੇਦ ਨਹੀਂ ਹੋ ਸਕਦਾ, ਕਦੇ ਵੀ ਨਹੀਂ ਹੋ ਸਕਦਾ। ਇਹ ਖਿਆਲ ਰੱਖਣਾ। ਇਸ ਸੰਸਾਰ ਦੇ ਵਿੱਚ ਮਹਾਰਾਜ ਜੀ ਨੇ ਬਾਣੀ ਦੇ ਵਿੱਚ ਲਿਖਿਆ, ਭਾਵੇਂ ਕੋਈ ਭਗਤੀ ਘੱਟ ਕਰੇ, ਕਰਨੀ ਚਾਹੀਦੀ ਹੈ। ਜੇ ਕਿਸੇ ਨੂੰ ਕੋਈ ਘੱਟ ਵੀ ਹੁੰਦੀ ਹੈ, ਜੇ ਉਹ ਕਰਮ ਕਰਦਾ ਹੈ ਅਤੇ ਰੱਬ ਕੋਲ ਸਿੱਧੇ ਪਹੁੰਚਦੇ ਨੇ। ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗੇ ਆਏ ਕੰਮ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਪਰਮਾਤਮਾ ਸਾਡਾ ਦੇਖੋ, ਮੈਂ 2 ਘੰਟੇ ਇੱਥੇ ਬੋਲ ਲਵਾਂ, ਤੁਸੀਂ 2 ਘੰਟੇ ਬਹਿ ਜਾਓ, ਜਾਂ ਕੋਈ ਕਿਧਰੇ ਵੀ ਬੈਠਾ ਹੋਵੇ, ਕਿਸੇ ਨੇ ਭਜਨ ਬੰਦਗੀ ਕੀਤੀ, ਰੱਬ ਇਕੱਲਾ ਉਹ ਨਹੀਂ ਦੇਖਦਾ। ਰੱਬ ਦੇਖਦਾ ਵੀ ਇਹ ਸੁਣ ਕੇ ਪੜ੍ਹ ਕੇ ਬਾਅਦ ਵਿੱਚ ਕੀ ਕਰਦਾ। ਜਿਸ ਸੰਸਾਰ ਦੇ ਨਾਲ ਮੈਂ ਇਹਨੂੰ ਕਿਹਾ ਵੀ ਪਿਆਰ ਕਰ, ਕੀ ਉਸ ਨਾਲ ਪਿਆਰ ਕਰਦਾ? ਜਿਸ ਸੰਸਾਰ ਦਾ ਮੈਂ ਭਲਾ ਕਰਨ ਨੂੰ ਕਿਹਾ, ਕੀ ਉਸ ਦਾ ਭਲਾ ਕਰਦਾ? ਇਹ ਤਾਂ ਸੰਸਾਰ ਦੇ ਨਾਲ ਠੱਗੀ ਕਰਦਾ, ਸੰਸਾਰ ਦੇ ਨਾਲ ਹੇਰਾ ਫੇਰੀ ਕਰਦਾ, ਸੰਸਾਰ ਦੇ ਨਾਲ ਧੋਖਾ ਕਰਦਾ, ਪਤਾ ਨਹੀਂ ਕਿਹੜੇ ਕਿਹੜੇ ਪਲਾਨ ਬਣਾ ਕੇ ਬੈਠਾ ਹੈ। ਮਹਾਰਾਜ ਜੀ ਕਹਿੰਦੇ ਅੰਦਰੋਂ ਝੂਠੇ ਪੈ ਜੇ ਬਾਹਰ ਦੁਨੀਆ ਅੰਦਰ ਫੈਲ। ਬਾਹਰੋਂ ਜੀ ਕਰੀ ਜਾਵੇ ਅਤੇ ਅੰਦਰੋਂ ਕਿਸੇ ਪ੍ਰਤੀ ਮੈਲ ਹੋਵੇ,
ਉਹਦੇ ਪ੍ਰਤੀ ਕੋਈ ਪਲਾਨ ਘੜੀ ਜਾਵੇ ਤੇ ਮਹਾਰਾਜ ਜੀ ਕਹਿੰਦੇ ਤੇਰਾ ਪਤਨ ਹੋਣਾ ਲਾਜ਼ਮੀ ਹੈ। ਧਿਆਨ ਦੇਣਾ, ਇਸ ਸੰਸਾਰ ਦੇ ਵਿੱਚ ਮੈਂ ਕੱਲ੍ਹ ਵੀ ਬੇਨਤੀ ਕੀਤੀ, ਭਲਾ ਕਰਨ ਵਾਲੇ ਅੱਗੇ ਵੱਧਦੇ ਹਨ ਤੇ ਜਿਹੜਾ ਬੁਰਾ ਕਰਦੇ ਹਨ ਕਿਸੇ ਨੂੰ, ਵੈਸੇ ਇੱਕ ਕੁਦਰਤ ਦਾ ਵਿਧਾਨ ਹੈ, ਜਿਹੜਾ ਕਿਸੇ ਨੂੰ ਜਿੰਨੀ ਜ਼ੋਰ ਨਾਲ ਥੱਲੇ ਸੁੱਟਦਾ ਹੈ ਨਾ, ਕੁਦਰਤ ਹੈ, ਉਹ ਉਨੀ ਤੇਜ਼ੀ ਨਾਲ ਅੱਗੇ ਵਧੇਗਾ। ਇਹ ਕੁਦਰਤ ਹੈ। ਬਸ ਸਾਨੂੰ ਵੈਸੇ ਲੱਗਦਾ ਵੀ ਅਸੀਂ ਫਲਾਣੇ ਦਾ ਬੁਰਾ ਕਰ ਰਹੇ ਹਾਂ, ਫਲਾਣੇ ਬਾਰੇ ਮਾੜਾ ਸੋਚ ਰਹੇ ਹਾਂ, ਉਹਦਾ ਬੁਰਾ ਹੋ ਜਾਏਗਾ। ਇਹ ਕਦੀ ਵੀ ਨਹੀਂ ਹੁੰਦਾ, ਇਹ ਕਦੀ ਵੀ ਨਹੀਂ। ਕੁਦਰਤ ਹੈ। ਸਾਡੇ ਗੁਰੂਆਂ ਨੂੰ, ਭਗਤਾਂ ਨੂੰ ਜਿੰਨਾ ਵੀ ਸਮਾਜ ਨੇ ਜਾਂ ਅਖੌਤੀਆਂ ਨੇ ਪਿੱਛੇ ਕਰਨ ਦਾ ਯਤਨ ਕੀਤਾ, ਉਹਨਾਂ ਦੀ ਜਿਹੜੀ ਪ੍ਰਸਿੱਧੀ ਹੈ ਉਨੀ ਤੇਜ਼ੀ ਨਾਲ ਵਧੀ। ਜਦੋਂ ਕਿਸੇ ਦੀ ਸਤਸੰਗ ਜੀ ਨਿੰਦਿਆ ਹੋਣੀ ਸ਼ੁਰੂ ਹੋ ਜਾਂਦੀ ਹੈ, ਕੁਦਰਤੀ ਹੈ। ਉਦੋਂ ਦੁਨੀਆ ਦੇ ਵਿੱਚ ਤਰੱਕੀਆਂ ਪਤਾ ਕਿਹਦੀਆਂ ਹੋਈਆਂ ਨੇ, ਜਦੋਂ ਕਿਸੇ ਦੀ ਬਦਖੋਹੀ ਨਿੰਦਿਆ ਸ਼ੁਰੂ ਹੋ ਜਾਏ। ਇੱਕ ਨਹੀਂ, ਹਜ਼ਾਰਾਂ ਉਦਾਹਰਨਾਂ ਇਤਿਹਾਸ ਵਿੱਚ ਚੱਕ ਕੇ ਦੇਖ ਲੈਣੀਆਂ। ਜਿਹੜਾ ਚੁੱਪ ਕਰਕੇ ਉੱਦਾਂ ਹੀ ਬੈਠਾ ਰਹਿੰਦਾ, ਨਾ ਇੱਧਰ ਨਾ ਉੱਧਰ, ਅਤੇ ਐਕਟਿਵ ਵੀ ਨਹੀਂ, ਉਹਨੂੰ ਕੌਣ ਪੁੱਛਦਾ ਦੁਨੀਆ ਦੇ ਵਿੱਚ। ਜਦੋਂ ਕੋਈ ਕਰਮ ਕਰੇਗਾ, ਜਦੋਂ ਕੋਈ ਧਰਮ ਦੇ ਰਾਹ 'ਤੇ ਤੁਰੇਗਾ, ਰੱਬ ਇੱਕ ਪੇਪਰ ਪਾਏਗਾ, ਇੱਕ ਪਰਚਾ ਪਾਏਗਾ, ਸੰਸਾਰ ਉਸ ਦੇ ਨਾਲ ਲੱਗੇਗਾ, ਸੰਸਾਰ ਉਸ ਦੀ ਵਿਰੋਧਤਾ ਕਰੇਗਾ, ਉਹ ਹੀ ਉਸ ਦੀ ਸਫਲਤਾ ਦੀ ਨਿਸ਼ਾਨੀ ਹੋਵੇਗੀ। ਜਿਸ ਦੀ ਜ਼ਿੰਦਗੀ ਦੇ ਵਿੱਚ ਚੁਣੌਤੀ ਨਹੀਂ ਆਏਗੀ, ਉਹਨੂੰ ਜ਼ਿੰਦਗੀ ਦੇ ਮਾਇਨੇ ਦਾ ਹੀ ਨਹੀਂ ਪਤਾ ਲੱਗੇਗਾ। ਧਿਆਨ ਦੇਣਾ, ਜਿਸ ਦੀ ਜ਼ਿੰਦਗੀ ਦੇ ਵਿੱਚ ਸੰਘਰਸ਼ ਨਹੀਂ ਆਏਗਾ, ਉਹਨੂੰ ਪਤਾ ਹੀ ਨਹੀਂ ਲੱਗੇਗਾ ਵੀ ਲਾਈਫ ਹੁੰਦੀ ਕੀ ਹੈ। ਸੰਘਰਸ਼, ਚੁਣੌਤੀਆਂ ਇਹ ਬੰਦੇ ਨੂੰ ਸਫਲਤਾ ਵੱਲ ਲੈ ਕੇ ਜਾਂਦੀਆਂ। ਜਿਹੜਾ ਸੁਸਤ ਹੁੰਦਾ ਹੈ ਨਾ, ਉਹ ਫਿਰ ਬੜਾ ਐਕਟਿਵ ਹੋ ਜਾਂਦਾ। ਕੁਦਰਤੀ ਜਦੋਂ ਸੰਸਾਰ ਚੁਣੌਤੀਆਂ ਦਿੰਦਾ, ਉਹ ਬੰਦਾ ਜਿਹੜਾ ਢਿੱਲਾ ਪਿਆ ਹੁੰਦਾ, ਉਹਦੇ ਵਿੱਚੋਂ ਜਿਹੜੀ ਇੱਕ ਉਹਦੀ ਆਤਮਾ ਬਿਲਕੁਲ ਢਿੱਲੀ ਹੁੰਦੀ, ਉਹ ਜਾਗ ਪੈਂਦੀ ਹੈ, ਉਹਨੂੰ ਬਲ ਮਿਲ ਜਾਂਦਾ ਅਤੇ ਉਹ ਤੁਰ ਪੈਂਦਾ। ਉਹ ਫਿਰ ਤੁਰ ਪੈਂਦਾ ਅਤੇ ਸਫਲਤਾ ਉਹਦੇ ਕਦਮ ਚੁੰਮਦੀ ਹੈ। ਸੋ ਮਹਾਰਾਜ ਜੀ ਕਹਿੰਦੇ ਕਰਮ ਤੇਰੀ ਜ਼ਿੰਦਗੀ ਦਾ ਆਧਾਰ ਹਨ, ਤੈਨੂੰ ਕਰਨੇ ਚਾਹੀਦੇ ਨੇ। ਪੂਰਵ ਕਰਮਾਂ ਕਰਕੇ ਤੂੰ ਅੱਜ ਪਹੁੰਚਿਆ ਹੋਇਆ ਉੱਚੀ ਜਗ੍ਹਾ 'ਤੇ। ਜੇ ਅੱਜ ਕਰਮ ਨਾ ਕੀਤੇ, ਜਿਸ ਜਗ੍ਹਾ 'ਤੇ ਤੂੰ ਹੈ ਉਸ ਜਗ੍ਹਾ 'ਤੇ ਵੀ ਇੱਕ ਦਿਨ ਨਹੀਂ ਰਹੇਗਾ। ਤੇਰੇ ਕੋਲ ਅਫਸੋਸ ਤੋਂ ਬਗੈਰ ਹੋਰ ਕੁਝ ਵੀ ਨਹੀਂ ਬਚਣਾ ਰਹਿਣਾ। ਇਸ ਕਰਕੇ ਕਰਮ ਕਰ, ਕਰਮ ਕਰਕੇ ਅੱਗੇ ਵਧ ਜਾ। ਬਾਲਕ ਤੇ ਬਿਰਧ ਭਇਆ ਹੋਣਾ ਸੋ ਹੋਇਆ। ਹੁਣ ਮਹਾਰਾਜ ਜੀ ਕਹਿੰਦੇ ਬਾਲਕ ਤੋਂ ਤੂੰ ਹੌਲੀ ਹੌਲੀ ਬੁੱਢਾ ਹੋ ਗਿਆ। ਬਾਲਕ ਤੇ ਬਿਰਧ ਭਇਆ ਹੋਣਾ ਸੋ ਹੋਇਆ। ਹੁਣ ਜਿਹੜਾ ਪਿੱਛੇ ਬੀਤ ਗਿਆ ਸਮਾਂ, ਉਹ ਤੇਰੇ ਹੱਥ ਆਏਗਾ? ਕਦੇ ਵੀ ਨਹੀਂ ਆਏਗਾ। ਇਸ ਕਰਕੇ ਜਾ ਜਮੇ ਆਏ ਝੋਟ ਪਕਰੇ ਤਵੇ ਕਾਹੇ ਰੋਇਆ। ਜਦੋਂ ਤੈਨੂੰ ਜਮ ਆ ਕੇ, ਕਬੀਰ ਜੀ ਕਹਿੰਦੇ, ਫੜ ਰਹੇਗਾ, ਫਿਰ ਤੂੰ ਰੋਏਗਾ, ਫਿਰ ਕੀ ਫਾਇਦਾ ਹੋਏਗਾ। ਜਦੋਂ ਜਮ ਤੇਰੇ ਸਿਰ ਵਿੱਚ ਆ ਕੇ ਡੰਡਾ ਮਾਰੇਗਾ, ਫਿਰ ਤੂੰ ਜਾਗਿਆ ਤੇ ਕੀ ਜਾਗਿਆ। ਫਿਰ ਤੂੰ ਰੋਏਗਾ ਤੇ ਤੇਰਾ ਰੋਣਾ ਕਿਸੇ ਨੇ ਵੀ ਨਹੀਂ ਸੁਣਨਾ, ਕਿਸੇ ਨੇ ਤਰਸ ਨਹੀਂ ਕਰਨਾ। ਜੀਵਨੇ ਕੀ ਆਸ ਕਰੈ ਜਮ ਨਿਹਾਰੇ ਸਾਸਾ। ਕਹਿੰਦੇ ਇਹ ਆਪਣੇ ਜੀਵਨ ਜਿਉਣ ਦੀ ਇੱਛਾ ਬਣਾਈ ਰੱਖੀ ਇਸ ਨੇ, ਅਤੇ ਇਹਦੇ ਵੱਲ ਜੰਮ ਦੇਖ ਰਹੇ ਨੇ, ਇਹਦੇ ਸਾਹਾਂ ਵੱਲ ਦੇਖ ਰਹੇ। ਇਹਦੇ ਤੇ ਇੰਨੇ ਕੁ ਸਾਹ ਬਾਕੀ ਰਹਿ ਗਏ। ਇਹਦੇ ਸਾਹਾਂ ਨੂੰ ਦੇਖ ਰਹੇ ਨੇ, ਇਹਦੇ ਸਵਾਸਾਂ ਨੂੰ ਦੇਖ ਰਹੇ ਨੇ, ਬਾਕੀ ਕਿੰਨੇ ਰਹਿ ਗਏ। ਬਾਜੀ ਗਰੀ ਸੰਸਾਰ ਕਬੀਰਾ ਚੇਤ ਢਾਲ ਪਾਸਾ। ਭਗਤ ਕਬੀਰ ਜੀ ਆਖਰੀ ਪੰਕਤੀ ਵੀ ਕਹਿੰਦੇ ਨੇ, ਇਹ ਇੱਕ ਸੰਸਾਰ ਦੀ ਖੇਡ ਹੈ। ਸੰਸਾਰ ਇੱਕ ਖੇਡ ਹੈ, ਕਿਤੇ ਇਸ ਖੇਡ ਵਿੱਚ ਉਲਝ ਨਾ ਜਾਈਂ। ਇਸ ਖੇਡ ਵਿੱਚ ਤੂੰ ਜਿੱਤ ਕੇ ਜਾਣਾ। ਇਸ ਖੇਡ ਦੇ ਵਿੱਚ ਤੂੰ ਲਾਹਾ ਲੈ ਕੇ ਜਾਣਾ। ਇਸ ਖੇਡ ਦੇ ਵਿੱਚ ਤੂੰ ਅੱਗੇ ਵੱਲ ਵਧਣਾ, ਪਿੱਛੇ ਵੱਲ ਨਹੀਂ ਜਾਣਾ। ਅਤੇ ਇਹ ਇੱਕ ਜਗਤ ਤਮਾਸ਼ਾ ਹੈ, ਕਿਤੇ ਤਮਾਸ਼ੇ ਵਿੱਚ ਤਮਾਸ਼ਾ ਬਣ ਕੇ ਨਾ ਰਹਿ ਜਾਈਂ। ਇਸ ਜਗਤ ਦੀ ਖੇਡ ਦੇ ਵਿੱਚੋਂ ਤੂੰ ਲਾਹਾ ਲੈ ਕੇ ਜਾਣਾ। ਬਾਜੀ ਗਰੀ ਸੰਸਾਰ ਕਬੀਰਾ ਚੇਤ ਢਾਲ ਪਾਸਾ। ਸੋ ਆਪਣੇ ਜਿੱਦਾਂ ਦੋਨੇ ਪਾਸੇ ਖੇਡ ਚੱਲਦੀ ਹੈ ਨਾ, ਦੋ ਜਣੇ ਖੇਡਾਂ ਖੇਡਦੇ ਨੇ, ਕਹਿੰਦੇ ਹੁਣ ਤੇਰੀ ਵਾਰੀ ਹੈ, ਹੁਣ ਤੂੰ ਚਾਲ ਚੱਲ। ਸੋ ਸਾਨੂੰ ਮਹਾਰਾਜ ਜੀ ਕਹਿੰਦੇ ਜਿਸ ਸੰਸਾਰ ਦੀ ਖੇਡ ਦੇ ਵਿੱਚ ਤੂੰ ਉਤਰਿਆ ਹੋਇਆ, ਤੈਨੂੰ ਵੀ ਵਾਰੀ ਮਿਲ ਰਹੀ ਹੈ। ਤੂੰ ਆਪਣੀ ਵਾਰੀ ਨਾਲ ਆਪਣੇ ਆਪ ਨੂੰ ਠੀਕ ਕਰ ਲੈ, ਸਹੀ ਕਰ ਲੈ। ਸੋ ਇਹ ਸੀ ਸਤਸੰਗ ਅੱਜ ਦੇ ਸ਼ਬਦ ਦੀ ਵਿਚਾਰ। ਜਿਵੇਂ ਬੇਨਤੀ ਕੀਤੀ, ਧੰਨ ਧੰਨ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਜਿਨ੍ਹਾਂ ਨੇ ਖਾਲਸਾ ਸਾਜਿਆ ਔਰ
ਹੋਲੇ ਮਹੱਲੇ ਦਾ ਪਾਵਨ ਪਵਿੱਤਰ ਦਿਨ ਚੱਲ ਰਹੇ ਹਨ। ਅੱਜ 26 ਤਰੀਕ ਹੈ। ਸੋ ਹੋਲੇ ਮਹੱਲੇ ਦਾ ਇਹ ਦਿਨ ਹੈ ਜੋ ਇਤਿਹਾਸ ਮੁਤਾਬਕ ਲਿਖਿਆ ਹੋਇਆ। ਕਈ ਦਿਨਾਂ ਤੋਂ ਇਹ ਸਮਾਗਮ ਚੱਲ ਰਹੇ ਨੇ ਹੋਲੇ ਮਹੱਲੇ ਦੇ। ਸੋ ਇਸ ਪਾਵਨ ਪਵਿੱਤਰ ਦਿਵਸ ਦੀਆਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਣ। ਹੋਲਾ ਮਹੱਲਾ ਜਿਹੜਾ ਹੈ, ਸੰਖੇਪ ਦੇ ਵਿੱਚ ਤੁਹਾਡੇ ਨਾਲ ਮੈਂ ਵਿਚਾਰ ਰੱਖਦਾ ਹਾਂ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਨੂੰ ਇਸ ਲਈ ਆਰੰਭ ਕੀਤਾ ਕਿਉਂਕਿ ਗੁਰੂ ਦਾ ਜਿਹੜਾ ਖਾਲਸਾ ਸੀ ਉਹ ਸੱਜ ਚੁੱਕਾ ਸੀ, ਔਰ ਖਾਲਸੇ ਦੇ ਵਿੱਚ ਸੂਰਬੀਰਤਾ ਨੂੰ ਭਰਨ ਦੇ ਲਈ ਖਾਲਸਾ ਹਮੇਸ਼ਾ ਦਲੇਰ ਰਹੇ, ਕਦੀ ਢਿੱਲਾ ਨਾ ਪੈ ਜਾਏ। ਇਹ ਯੁੱਧ ਅਭਿਆਸ ਵਿੱਚ ਨਿਪੁੰਨ ਰਹੇ। ਇਹਨਾਂ ਨੂੰ ਹਥਿਆਰ ਚਲਾਉਣੇ ਭੁੱਲ ਨਾ ਜਾਣ, ਇਹਨਾਂ ਦੇ ਅੰਦਰ ਵੀਰ ਰਸ ਘਟ ਨਾ ਜਾਏ, ਇਹਨਾਂ ਨੂੰ ਯੁੱਧ ਨੀਤੀ ਕਿਧਰੇ ਭੁੱਲ ਨਾ ਜਾਏ। ਇਹਦੇ ਲਈ ਮਹਾਰਾਜ ਜੀ ਨੇ ਆਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਦੀ ਜਿਹੜੀ ਆਰੰਭਤਾ ਕੀਤੀ। ਸੋ ਹੋਲੀ ਜਿਹੜੀ ਹੈ ਉਹ ਇੱਕ ਦਿਨ ਪਹਿਲਾਂ ਹੋ ਜਾਂਦੀ ਹੈ। ਹੋਲੀ ਦਾ ਤਿਉਹਾਰ ਉਹ ਹਿੰਦੂ ਵੀਰ ਲੋਕ ਮਨਾਉਂਦੇ ਨੇ, ਉਹਨਾਂ ਨੂੰ ਮੁਬਾਰਕ ਹੈ। ਪਰ ਸਾਨੂੰ ਮਹਾਰਾਜ ਜੀ ਨੇ ਹੋਲਾ ਮਹੱਲਾ ਬਖਸ਼ਿਆ। ਇਹਦਾ ਮਤਲਬ ਹੈ ਨਾਮ ਦੇ ਰੰਗ ਵਿੱਚ ਰੰਗਣਾ, ਪਰਮੇਸ਼ਰ ਪਰਮਾਤਮਾ ਦੇ ਰੰਗ ਦੇ ਵਿੱਚ ਰੰਗਣਾ, ਬਾਣੀ ਵਿੱਚ ਰੰਗਣਾ, ਵੀਰ ਰਸ ਵਿੱਚ ਰੰਗਣਾ। ਔਰ ਇਹਦੇ ਲਈ ਮਹਾਰਾਜ ਜੀ ਇੱਕ ਬਹੁਤ ਵਧੀਆ ਪ੍ਰੋਗਰਾਮ ਉਲੀਕਦੇ ਸਨ ਜਿਹਨੂੰ ਹੋਲਾ ਮਹੱਲਾ ਕਹਿੰਦੇ ਸਨ। ਗੁਰੂ ਦੀਆਂ ਲਾਡਲੀਆਂ ਫੌਜਾਂ, ਗੁਰੂ ਦੇ ਸਿੰਘ ਮਹਾਰਾਜ ਜੀ ਦੀ ਬਣਾਈ ਫੌਜ ਦੋ ਟੁਕੜੀਆਂ ਦੇ ਵਿੱਚ ਸ਼ਾਮਲ ਹੋ ਕੇ ਇੱਕ ਦੂਜੇ ਨਾਲ ਅਭਿਆਸ ਕਰਦੇ ਸਨ। ਤਲਵਾਰਾਂ ਚਲਾ ਕੇ, ਤੀਰ ਚਲਾ ਕੇ, ਕਿਸੇ ਦਾ ਕੋਈ ਨੁਕਸਾਨ ਕਰਨ ਤੋਂ ਬਗੈਰ ਉਹ ਕਈ ਦਾਅ ਪੇਚ ਜਿਹੜੇ ਮਹਾਰਾਜ ਉਹ ਸਿਖਾਉਂਦੇ ਹੁੰਦੇ ਸਨ। ਦੋ ਟੁਕੜੀਆਂ ਦੀ ਜਿਹੜੀ ਹੈ ਉਹ ਬਨਾਵਟੀ ਲੜਾਈ ਕਰਵਾ ਕੇ ਤੇ ਜਿਹੜਾ ਫਿਰ ਜਿੱਤ ਜਾਂਦਾ ਸੀ ਤੇ ਉਸ ਨੂੰ ਫਿਰ ਮਹਾਰਾਜ ਜੀ ਬਹੁਤ ਵੱਡੇ ਵੱਡੇ ਇਨਾਮ ਦਿੰਦੇ ਸਨ। ਹੋਲਾ ਮਤਲਬ ਹੱਲਾ ਕਰਕੇ ਉਹ ਜਗ੍ਹਾ ਮਹੱਲਾ ਜਿਸ ਨੂੰ ਕਹਿੰਦੇ ਨੇ, ਮਹੱਲਾ ਜਿਸ ਜਗ੍ਹਾ 'ਤੇ ਇਹ ਚੀਜ਼ ਕੀਤੀ ਜਾਂਦੀ ਹੈ, ਹੱਲਾ ਕਰਕੇ ਖੇਡਿਆ ਜਾਂਦਾ ਤੇ ਸੂਰਬੀਰ ਯੋਧੇ ਸੂਰਮੇ ਆਪਣੇ ਕਰਤੱਵ ਦਿਖਾਉਂਦੇ ਹਨ, ਆਪਣੀ ਨਿਸ਼ਾਨੇਬਾਜ਼ੀ ਦਿਖਾਉਂਦੇ ਹਨ, ਆਪਣੀ ਤਲਵਾਰਬਾਜ਼ੀ ਦਿਖਾਉਂਦੇ ਹਨ। ਔਰ ਜਿੰਨੇ ਵੀ ਸ਼ਸਤਰ ਹਨ, ਸ਼ਸਤਰ ਜਿਹੜੇ ਉਹ ਚਲਾਉਣੇ ਜਿਹੜੇ ਨੇ ਉਹ ਸਿਖਾਏ ਜਾਂਦੇ, ਔਰ ਉਹਨਾਂ ਦੀਆਂ ਜਵਾਨੀਆਂ ਨੂੰ ਪਰਖਿਆ ਜਾਂਦਾ। ਔਰ ਉਸ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਲੱਖਾਂ ਦਾ ਇਕੱਠ ਹੁੰਦਾ, ਅੱਜ ਵੀ ਹੁੰਦਾ। ਸੋ ਇਹਦੇ ਵਿੱਚ ਸਾਨੂੰ ਇਹ ਸਿੱਖਣਾ ਚਾਹੀਦਾ, ਜਿੱਥੇ ਅਸੀਂ ਬਾਹਰਲੇ ਰੰਗਾਂ ਨਾਲ ਆਪਣੇ ਆਪ ਨੂੰ ਰੰਗਦੇ ਹਾਂ, ਅਸਲ ਦੇ ਵਿੱਚ ਸਾਨੂੰ ਬਾਹਰਲੇ ਰੰਗਾਂ ਤੋਂ ਮਨ੍ਹਾ ਕੀਤਾ। ਲਾਲ ਰੰਗ ਤਿਸ ਕੋ ਲੱਗਾ ਜਿਸਕੇ ਵਡ ਭਾਗਾ, ਮੈਲਾ ਕਦੇ ਨਾ ਹੋਵੇ ਨਹਿ ਲਾਗੇ ਦਾਗਾ। ਸਾਨੂੰ ਅੰਦਰਲੇ ਰੰਗ ਦੀ ਗੱਲ ਕੀਤੀ ਹੈ। ਅੰਦਰੋਂ ਅਸੀਂ ਪ੍ਰਮਾਤਮਾ ਨਾਲ ਜੁੜਨਾ, ਨਾਮ ਦੇ ਰੰਗ ਦੇ ਨਾਲ ਆਪਾਂ ਜੁੜਨਾ। ਜਿਨਕੇ ਚੋਲੇ ਰਤੜੇ ਪਿਆਰੇ ਕੰਧ ਤਿਨਾ ਕੇ ਪਾਸ, ਧੂੜ ਤਿਨਾ ਕੀ ਜੇ ਮਿਲੇ ਜੀ ਕੋ ਨਾਨਕ ਕੀ ਅਰਦਾਸ। ਜਿਸ ਨੇ ਆਪਣੇ ਹਿਰਦੇ ਨੂੰ, ਜਿਸ ਨੇ ਆਪਣੇ ਮਨ ਨੂੰ ਨਾਮ ਰੰਗ ਨਾਲ ਰੰਗ ਲਿਆ, ਅਸਲ ਦੇ ਵਿੱਚ ਉਸ ਨੂੰ ਬਾਣੀ ਵਿੱਚ ਲਿਖਿਆ, ਜਾਕੋ ਹਰ ਰੰਗ ਲਾਗੋ ਇਸ ਜੁਗ ਮੈਂ, ਸੋ ਕਹੀਅਤ ਹੈ ਸੂਰਾ, ਆਤਮ ਜਿਨੇ ਸਗਲ ਵਸਤਾ ਕੇ ਜਾਕਾ ਸਤਿਗੁਰ ਪੂਰਾ। ਸੋ ਆਪਣੇ ਆਪ ਨੂੰ ਅਸੀਂ ਨਾਮ ਬਾਣੀ ਵਿੱਚ ਰੰਗੀਏ, ਨਿਤਨੇਮੀ ਬਣੀਏ, ਆਪਾਂ ਸ਼ਬਦ ਦੀ ਵਿਚਾਰ ਜਿਹੜੀ ਹੈ ਉਹ ਕਰੀਏ ਅਤੇ ਸੁਣੀਏ। ਔਰ ਆਪਾਂ ਦੇਸ਼ ਕੌਮ ਦੇ ਲਈ ਹਮੇਸ਼ਾ ਚੰਗਾ ਕਰਨ ਦੇ ਲਈ, ਇੱਕ ਦੂਜੇ ਦੀ ਸਪੋਰਟ ਕਰਨ ਦੇ ਲਈ ਆਪਾਂ ਕਿਸੇ ਵੀ ਤਰੀਕੇ ਨਾਲ, ਜੇ ਇੰਟਰਨੈੱਟ ਦਾ ਯੁੱਗ ਹੈ, ਕਿਸੇ ਵੀ ਤਰੀਕੇ ਦੇ ਨਾਲ ਆਪਾਂ ਇੱਕ ਦੂਜੇ ਦੀ ਸਪੋਰਟ ਕਰ ਸਕਦੇ ਹਾਂ ਅਤੇ ਕੌਮ ਦੀ ਸਪੋਰਟ ਕਰ ਸਕਦੇ ਹਾਂ, ਖਾਲਸੇ ਦੀ ਸਪੋਰਟ ਕਰ ਸਕਦੇ ਹਾਂ, ਹੱਕ ਦੇ ਸੱਚ ਦੇ ਲਈ ਆਪਾਂ ਕਰ ਸਕਦੇ ਹਾਂ ਬਹੁਤ ਕੁਝ। ਅੱਜ ਦੇ ਯੁੱਗ ਦੇ ਵਿੱਚ ਜੋ ਇੰਟਰਨੈੱਟ ਦਾ ਯੁੱਗ ਹੈ ਅਤੇ ਰੰਗ ਦੇ ਵਿੱਚ ਵੀ ਰੰਗੇ ਜਾ ਸਕਦੇ ਹਾਂ, ਬਹੁਤ ਤਰੀਕੇ ਹਨ। ਇਸ ਕਰਕੇ ਨਾਮ ਜਪੀਏ, ਵੱਧ ਤੋਂ ਵੱਧ ਬਾਣੀ ਪੜ੍ਹੀਏ, ਸਤਸੰਗ ਕਰੀਏ, ਅਤੇ ਇਹ ਹੀ ਸਾਨੂੰ ਅੱਜ ਦੇ ਦਿਨ ਦੇ ਵਿੱਚ ਬਹੁਤ ਪਿਆਰਾ ਇੱਕ ਮੈਸੇਜ ਹੈ, ਇੱਕ ਸੁਨੇਹਾ ਹੈ। ਸੋ ਇਸੀ ਲੜੀਵਾਰ ਸ਼ਬਦ ਦੀ ਵਿਚਾਰ। ਸੋ ਗੁਰੂ ਸਾਹਿਬ ਜੀ ਮਿਹਰ ਕਰਨ, ਇਸ ਦਾ ਭਾਵ ਅਰਥ ਸਾਡੇ ਹਿਰਦੇ ਵਿੱਚ ਵਸੇ, ਸਾਡਾ ਜੀਵਨ ਗੁਰਮਤਿ ਵਾਲਾ ਬਣੇ। ਭੁੱਲ ਚੁੱਕ ਮਾਫ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।